ਹੈਲੋ ਸਟੂਡੈਂਟਸ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਅੱਜ ਆਪਾਂ ਨਿਊ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈਗਾ ਮੈਟਲਸ ਐਂਡ ਨੋਨ ਮੈਟਲਸ। ਮੈਟਲਸ ਐਂਡ ਨੋਨ ਮੈਟਲਸ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਤੁਸੀਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਪੜ੍ਹ ਚੁੱਕੇ ਹੋ, ਫਿਰ ਵੀ ਆਪਾਂ ਕੀ ਫਿਜ਼ੀਕਲ ਪ੍ਰੋਪਰਟੀਜ਼ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਠੀਕ ਹੈ, ਮੈਟਲਸ ਕੀ ਹੈ? ਮੈਟਲਸ ਆਰ ਹਾਰਡ ਐਂਡ ਲਸਟਰਸ। ਲਸਟਰਸ ਦਾ ਮੀਨਿੰਗ ਕੀ ਹੈ? ਸ਼ਾਈਨੀ। ਮੈਟਲਸ ਕੀ ਹੈ? ਹਾਰਡ ਹੁੰਦੇ ਨੇ ਅਤੇ ਕੀ ਚਮਕੀਲੇ ਹੁੰਦੇ ਨੇ, ਸ਼ਾਈਨੀ ਹੁੰਦੇ ਨੇ, ਜਿਵੇਂ ਸਿਲਵਰ ਅਤੇ ਕੀ ਹੈ ਗੋਲਡ। ਠੀਕ ਹੈ, ਨੋਨ ਮੈਟਲਸ ਆਰ ਸੌਫਟ ਐਂਡ ਡਲ। ਨੋਨ ਮੈਟਲਸ ਕੀ ਹੈ? ਸੌਫਟ ਹੁੰਦੇ ਅਤੇ ਡਲ ਇਨ ਨੋਨ ਮੈਟਲਸ ਕੀ ਹੈ? ਸੌਫਟ ਅਤੇ ਕੀ ਹੈ ਡਲ ਹੁੰਦੇ ਆ। ਠੀਕ ਹੈ, ਜਿਵੇਂ ਕਿ ਫੋਸਫੋਰਸ ਅਤੇ ਕੀ ਹੈ ਸਲਫਰ। ਠੀਕ ਹੈ, ਦੈਨ ਕੀ ਨੈਕਸਟ ਮੈਟਲਸ ਆਰ ਮੈਲੀਏਬਲ ਐਂਡ ਦੀ ਡਕਟਾਈਲ। ਮੈਲੀਏਬਲ ਕੀ ਹੁੰਦੀ ਹੈ? ਮੈਟਲਸ ਦੈਟ ਕੈਨ ਬੀ ਬੀਟਨ ਇਨਟੂ ਦੀ ਥਿਨ ਸ਼ੀਟਸ ਆਰ ਕਾਲਡ ਦੀ ਮੈਲੀਏਬਲ। ਠੀਕ ਹੈ, ਜਿਹੜੇ ਵੀ ਮੈਟਲਸ ਨੂੰ ਆਪਾਂ ਕੀ ਥਿਨ ਸ਼ੀਟਸ ਦੇ ਵਿੱਚ ਕੀ ਕਨਵਰਟ ਕਰ ਸਕਦੇ ਹਾਂ ਉਹਨੂੰ ਆਪਾਂ ਕੀ ਮੈਲੀਏਬਲ ਕਹਿੰਦੇ ਹਾਂ। ਅਤੇ ਡਕਟਾਈਲ ਕੀ ਹੁੰਦੇ ਆ? ਮੈਟਲਸ ਟੂ ਬੀ ਡਰੋਨ ਇਨਟੂ ਦੀ ਥਿਨ ਵਾਇਰਸ ਇਜ਼ ਕਾਲਡ ਦੀ ਡਕਟਿਲਿਟੀ। ਹੈ ਨਾ, ਜਿਹੜੇ ਵੀ ਆਪਾਂ ਮੈਟਲਸ ਨੂੰ ਕੀ ਥਿਨ ਵਾਇਰਸ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਡਕਟਿਲਿਟੀ ਕਹਿੰਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਜਿਵੇਂ ਕਿ ਗੋਲਡ ਹੋ ਗਿਆ, ਠੀਕ ਹੈ, ਸਿਲਵਰ, ਕਾਪਰ, ਇਹ ਸਾਰੇ ਕੀ ਹੈ ਮੈਲੀਏਬਲ ਅਤੇ ਕੀ ਹੈ ਡਕਟਾਈਲ ਪ੍ਰੋਪਰਟੀਜ਼ ਸ਼ੋ ਕਰਦੇ ਨੇ। ਠੀਕ ਹੈ, ਨੋਨ ਮੈਟਲਸ ਆਰ ਬ੍ਰਿਟਲ ਦਾ ਮਤਲਬ ਕਿ ਇਹਨੂੰ ਆਪਾਂ ਕੀ ਹੈ ਪੀਸਿਸ ਦੇ ਵਿੱਚ ਕੀ ਹੈ ਤੋੜ ਸਕਦੇ ਹਾਂ। ਠੀਕ ਹੈ, ਨੋਨ ਮੈਟਲਸ ਕੀ ਹੁੰਦੇ ਆ? ਇਹਨਾਂ ਨੂੰ ਕੀ ਆਪਾਂ ਪੀਸਿਸ ਦੇ ਵਿੱਚ ਤੋੜ ਸਕਦੇ ਹਾਂ। ਠੀਕ ਹੈ, ਨੈਕਸਟ ਕੀ ਹੈ? ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਮੈਟਲਸ ਕੀ ਹੁੰਦੇ ਆ? ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ ਹੁੰਦੇ ਆ। ਠੀਕ ਹੈ, ਅਤੇ ਨੋਨ ਮੈਟਲਸ ਕੀ ਹੁੰਦੇ ਆ? ਬੈਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਨੈਕਸਟ ਹੈਗਾ ਮੈਟਲਸ ਆਰ ਸੋਨੋਰਸ। ਸੋਨੋਰਸ ਦਾ ਮਤਲਬ ਕੀ ਹੁੰਦਾ? ਨੋਇਸ ਪ੍ਰੋਡਿਊਸ ਕਰਨਾ। ਠੀਕ ਹੈ, ਨੋਨ ਮੈਟਲਸ ਆਰ ਨੋਨ ਸੋਨੋਰਸ। Metals have generally high melting and boiling point. Non metals have low melting and boiling point. ठीक है, नेक्स्ट है metals are generally solid at room temperature. metals की है solid होंगे room temperature ते की है। non metals may be solid, liquid and gas. ठीक है, but according to their physical properties there are many exceptions. ਇਹਦੇ ਵਿੱਚ ਕੀ ਬਹੁਤ ਸਾਰੀਆਂ ਐਕਸੈਪਸ਼ਨਸ ਹੁੰਦੀਆਂ ਨੇਗੀਆਂ, ਜਿਵੇਂ ਕਿ ਆਪਾਂ ਹੁਣੇ ਪੜ੍ਹਿਆ ਮੈਟਰਸ ਕੀ ਹੁੰਦੇ ਆ? ਸੋਲਿਡ ਹੁੰਦੇ ਆ। ਠੀਕ ਹੈ, ਇੱਥੇ ਆਪਾਂ ਪੜ੍ਹਿਆ ਸੀ ਮੈਟਲਸ ਆਰ ਸੋਲਿਡ ਐਟ ਰੂਮ ਟੈਂਪਰੇਚਰ, ਬਟ ਇਹਦੀਆਂ ਐਕਸੈਪਸ਼ਨਸ ਨੇ ਕੀ ਹੈ? ਮੈਟਲਸ ਮਰਕਰੀ ਇਜ਼ ਦੀ ਓਨਲੀ ਮੈਟਲ ਦੈਟ ਇਜ਼ ਲਿਕੁਇਡ ਐਟ ਟੈਂਪਰੇਚਰ। ਆਪਾਂ ਪੜ੍ਹਿਆ ਸੀ ਮੈਟਲਸ ਕੀ ਹੈ? ਸੋਲਿਡ ਹੁੰਦੇ ਆ ਰੂਮ ਟੈਂਪਰੇਚਰ ਦੇ ਵਿੱਚ, ਪਰ ਮਰਕਰੀ ਇੱਕ ਅਜਿਹਾ ਮੈਟਲ ਆ ਜਿਹੜਾ ਕੀ ਹੈ ਲਿਕੁਇਡ ਹੈ ਐਟ ਰੂਮ ਟੈਂਪਰੇਚਰ 'ਤੇ। ਠੀਕ ਹੈ, ਇੰਪੋਰਟੈਂਟ ਪੁਆਇੰਟ ਹੈ। ਨੈਕਸਟ ਹੈਗਾ gallium and the cesium have very low melting points. These two metals will melt if you keep them on your palm. ਆਪਾਂ ਕੀ ਪੜ੍ਹ ਕੇ ਹਟੇ ਸੀਗੇ? ਮੈਟਲਸ ਦਾ ਕੀ ਹੈ? ਮੈਟਲਸ ਹੈਵ ਜਨਰਲੀ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ, ਬਟ ਇਹ ਕੀ ਉਹਦੀ ਐਕਸੈਪਸ਼ਨ ਹੈ। ਗੇਲੀਅਮ ਐਂਡ ਸੀਜ਼ੀਅਮ ਦਾ ਕੀ ਹੈ? ਬਹੁਤ ਘੱਟ ਲੋ ਮੈਲਟਿੰਗ ਪੁਆਇੰਟ ਹੁੰਦਾ ਅਤੇ ਇਹਨਾਂ ਨੂੰ ਜਦੋਂ ਆਪਾਂ ਕੀ ਆਪਣੀ ਹਥੇਲੀ ਦੇ ਉੱਤੇ ਰੱਖਦੇ ਹਾਂ ਤਾਂ ਇਹ ਈਜ਼ੀਲੀ ਕੀ ਹੋ ਜਾਂਦੇ ਆ? ਮੈਲਟ ਹੋ ਜਾਂਦੇ ਆ। ਠੀਕ ਹੈ, ਨੈਕਸਟ ਹੈਗਾ ਆਇਓਡੀਨ ਇਜ਼ ਅ ਨੋਨ ਮੈਟਲ ਬਟ ਇਟ ਇਜ਼ ਅ ਲਸਟਰਸ। ਆਪਾਂ ਕੀ ਪੜ੍ਹਿਆ ਸੀ? ਨੋਨ ਮੈਟਲਸ ਕੀ ਹੁੰਦੇ ਆ? ਡਲ ਹੁੰਦੇ ਆ, ਬਟ ਆਇਓਡੀਨ ਕੀ ਹੈ? ਇਹੋ ਜਿਹਾ ਨੋਨ ਮੈਟਲ ਆ ਜਿਹੜਾ ਕੀ ਹੈ ਲਸਟਰਸ ਹੈ, ਜਿਹੜਾ ਕਿ ਸ਼ਾਈਨੀ ਹੈ। ਠੀਕ ਹੈ, ਨੈਕਸਟ ਕੀ ਹੈ? ਕਾਰਬਨ ਇਜ਼ ਅ ਨੋਨ ਮੈਟਲ ਦੈਟ ਐਗਜ਼ਿਸਟ ਇਨ ਡਿਫਰੈਂਟ ਫੋਰਮਸ। ਕਾਰਬਨ ਕੀ ਹੈ? ਨੋਨ ਮੈਟਲ ਹੈ, ਇਹ ਕੀ ਹੈ ਡਿਫਰੈਂਟ ਫੋਰਮਸ ਦੇ ਵਿੱਚ ਐਗਜ਼ਿਸਟ ਕਰਦਾ। ਈਚ ਫੋਰਮ ਇਜ਼ ਕਾਲਡ ਦੀ ਐਲੋਟ੍ਰੋਪ। ਹਰ ਇੱਕ ਫੋਰਮ ਨੂੰ ਆਪਾਂ ਕੀ ਕਹਿੰਦੇ ਹਾਂ? ਐਲੋਟ੍ਰੋਪ ਕਹਿੰਦੇ ਹਾਂ। ਠੀਕ ਹੈ, ਨੈਕਸਟ ਹੈਗਾ ਡਾਇਮੰਡ ਐਂਡ ਐਲੋਟ੍ਰੋਪ ਆਫ ਦੀ ਕਾਰਬਨ ਹਾਰਡੈਸਟ ਨੈਚੁਰਲ ਸਬਸਟੈਂਸ ਐਂਡ ਹੈਜ਼ ਅ ਵੈਰੀ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਆਪਾਂ ਪਿੱਛੇ ਪੜ੍ਹ ਕੇ ਹਟੇ ਸੀ ਕਿ ਨੋਨ ਮੈਟਲਸ ਕੀ ਹੁੰਦੇ ਆ? ਉਹਨਾਂ ਦਾ ਕੀ ਹੈ? ਲੋ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਹੁੰਦਾ। ਠੀਕ ਹੈ, ਅਤੇ ਜਿਹੜੇ ਨੋਨ ਮੈਟਲਸ ਹੁੰਦੇ ਆ ਉਹ ਬੈਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ ਹੁੰਦੇ ਆ। ਬਟ ਡਾਇਮੰਡ ਕੀ ਹੈ? ਨੋਨ ਮੈਟਲ ਹੈਗਾ, ਇਹ ਕੀ ਆ ਹਾਰਡੈਸਟ ਨੈਚੁਰਲ ਸਬਸਟੈਂਸ ਹੈ ਜਿਹਦਾ ਕਿ ਬਹੁਤ ਜ਼ਿਆਦਾ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਹੁੰਦਾ। ਠੀਕ ਹੈ, ਅਤੇ ਗ੍ਰੇਫਾਈਟ ਵੀ ਕੀ ਹੈ? ਇੱਕ ਕਾਰਬਨ ਦਾ ਐਲੋਟ੍ਰੋਪ ਆ। ਠੀਕ ਹੈ, ਫੋਰਮ ਹੈ ਇੱਕ। ਇਹ ਕੀ ਹੈ? ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਡਾਇਮੰਡ ਅਤੇ ਕੀ ਹੈ? ਗ੍ਰੇਫਾਈਟ ਨੋਨ ਮੈਟਲਸ ਹੈ ਬਟ ਦੇ ਆਰ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਠੀਕ ਹੈ, ਨੈਕਸਟ ਕੀ ਹੈ? ਅਲਕਲੀ ਮੈਟਲ ਲੀਥੀਅਮ, ਸੋਡੀਅਮ, ਪੋਟਾਸ਼ੀਅਮ ਆਰ ਸੋ ਸੌਫਟ ਦੈਟ ਕੈਨ ਬੀ ਕੱਟ ਵਿਦ ਦ ਨਾਈਫ। ਦੇ ਹੈਵ ਲੋ ਡੈਂਸਿਟੀਜ਼ ਐਂਡ ਦੀ
ਮੈਲਟਿੰਗ ਪੁਆਇੰਟ। ਆਪਾਂ ਕੀ ਪੜ੍ਹ ਕੇ ਹਟੇ ਆ, ਮੈਟਲਸ ਕੀ ਹੁੰਦੇ ਆ, ਹਾਰਡ ਹੁੰਦੇ ਆ, ਠੀਕ ਹੈ। ਬਟ ਕੀ ਹੈ, ਇਹ ਮੈਟਲਸ ਕੀ ਹੈ, ਇਹ ਸੌਫਟ ਹੈਗੇ। ਕਿਹੜੇ ਕਿਹੜੇ ਮੈਟਲਸ, ਲੀਥੀਅਮ, ਸੋਡੀਅਮ ਤੇ ਪੋਟਾਸ਼ੀਅਮ ਕੀ ਹੈ, ਸੌਫਟ ਹੈ। ਦੇ ਕੈਨ ਵੀ ਕੱਟ ਵਿਦ ਅ ਨਾਈਫ, ਇਹਨਾਂ ਨੂੰ ਆਪਾਂ ਕੀ ਹੈ ਨਾਈਫ ਨਾਲ ਵੀ ਕੱਟ ਕਰ ਸਕਦੇ ਹਾਂ, ਠੀਕ ਹੈ। ਤੇ ਇਹਨਾਂ ਦੀ ਕੀ ਹੈ ਡੈਂਸਿਟੀ ਬਹੁਤ ਜ਼ਿਆਦਾ ਲੋ ਹੁੰਦੀ ਹੈ, ਤੇ ਇਹਨਾਂ ਦਾ ਮੈਲਟਿੰਗ ਪੁਆਇੰਟ ਵੀ ਕੀ ਹੈ ਬਹੁਤ ਹੈ। ਇਹ ਵੀ ਉਹਦੀ ਐਕਸੈਪਸ਼ਨ ਆ। ਆਪਾਂ ਤਾਂ ਕੀ ਪੜ੍ਹਿਆ ਸੀ, ਮੈਟਲਸ ਕੀ ਆ ਹਾਰਡ ਹੈ, ਬਟ ਇਹ ਕੀ ਹੈ ਤਿੰਨ ਮੈਟਲਸ ਜਿਹੜੇ ਸੌਫਟ ਨੇ, ਇਹਨਾਂ ਨੂੰ ਆਪਾਂ ਨਾਈਫ ਦੇ ਨਾਲ ਵੀ ਕੱਟ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਕੀ ਹੈ, ਕੁਐਸਚਨਸ ਕਰਦੇ ਹਾਂ। ਗਿਵ ਐਨ ਐਗਜ਼ਾਮਪਲ ਆਫ ਦ ਮੈਟਲ ਵਿਚ ਇਜ਼ ਅ ਲਿਕੁਇਡ ਐਂਡ ਰੂਮ ਟੈਂਪਰੇਚਰ। ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿਹੜਾ ਮੈਟਲ ਸੀ ਜਿਹੜਾ ਲਿਕੁਇਡ ਹੈ ਰੂਮ ਟੈਂਪਰੇਚਰ ਦੇ ਉੱਤੇ, ਮਰਕਰੀ, ਠੀਕ ਹੈ। ਨੈਕਸਟ, ਕੈਨ ਵੀ ਈਜ਼ਲੀ ਕੱਟ ਵਿਦ ਦ ਨਾਈਫ। ਕਿਹੜੇ ਮੈਟਲਸ ਨੇ ਜਿਨ੍ਹਾਂ ਨੂੰ ਆਪਾਂ ਨਾਈਫ ਦੇ ਨਾਲ ਕੱਟ ਸਕਦੇ ਹਾਂ, ਕਿਹੜੇ ਆ, ਸੋਡੀਅਮ ਤੇ ਕੀ ਆ, ਪੋਟਾਸ਼ੀਅਮ, ਠੀਕ ਹੈ। ਹੁਣੇ ਆਪਾਂ ਪੜ੍ਹਿਆ ਸੀ ਇਹ ਪੁਆਇੰਟ, ਠੀਕ ਹੈ। ਨੈਕਸਟ ਕੀ ਹੈ, ਮੈਟਲ ਵਿਚ ਇਜ਼ ਦ ਬੈਸਟ ਕੰਡਕਟਰ ਆਫ ਹੀਟ। ਕਿਹੜੇ ਮੈਟਲ ਹੈ ਜਿਹੜੇ ਕੀ ਹੈ ਬੈਸਟ ਕੰਡਕਟਰ ਆਫ ਹੀਟ ਨੇ, ਕਿਹੜੇ ਆ, ਗੋਲਡ ਤੇ ਕੀ ਹੈ, ਸਿਲਵਰ, ਠੀਕ ਹੈ। ਨੈਕਸਟ ਕੀ ਹੈ, ਵਿਚ ਮੈਟਲ ਇਜ਼ ਅ ਪੂਅਰ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਕਿਹੜੇ ਮੈਟਲਸ ਨੇ ਜਿਹੜੇ ਪੂਅਰ ਕੰਡਕਟਰ ਨੇ, ਉਹ ਕਿਹੜੇ ਕਿਹੜੇ ਆ, ਮਰਕਰੀ ਤੇ ਕੀ ਹੈ, ਲੈਡ, ਠੀਕ ਹੈ। ਇਹ ਕੀ ਹੈ, ਪੂਅਰ ਕੰਡਕਟਰ ਆਫ ਹੀਟ ਹੈ। ਐਕਸਪਲੇਨ ਦੀ ਮੀਨਿੰਗ ਆਫ ਮੈਲੀਏਬਲ ਐਂਡ ਦੀ ਡਕਟਾਈਲ। ਹੁਣੇ ਆਪਾਂ ਪੜ੍ਹ ਕੇ ਹਟੇ ਹਾਂ ਮੈਲੀਏਬਲ ਤੇ ਡਕਟਾਈਲ ਕੀ ਹੁੰਦੇ ਆ, ਮੈਟਲਸ ਦੈਟ ਕੈਨ ਬੀ beaten into the thin sheets are called the malleability, ਤੇ metals that can be drawn into the thin wires is called the ductility, ठीक है। ਇਹ ਕਾਪਰ ਤੇ ਕੀ ਹੈ, ਸਿਲਵਰ, ਕਾਪਰ ਤੇ ਗੋਲਡ ਕੀ ਹੈ, ਇਹ ਪ੍ਰੋਪਰਟੀਜ਼ ਸ਼ੋ ਕਰਦੇ ਨੇ, ਠੀਕ ਹੈ। ਨੈਕਸਟ ਕੀ ਹੈਗਾ, ਕੈਮੀਕਲ ਪ੍ਰੋਪਰਟੀਜ਼ ਆਫ ਦੀ ਮੈਟਲ ਐਂਡ ਨੋਨ ਮੈਟਲਸ। ਹੁਣ ਆਪਾਂ ਕੀ ਇਹਨਾਂ ਦੀ ਕੈਮੀਕਲ ਪ੍ਰੋਪਰਟੀਜ਼ ਪੜ੍ਹਾਂਗੇ। ਫਸਟ ਆਪਾਂ ਪੜ੍ਹਾਂਗੇ ਕੈਮੀਕਲ ਪ੍ਰੋਪਰਟੀਜ਼ ਆਫ ਦੀ ਮੈਟਲ। what happens when the metals are burnt in air, ਠੀਕ ਹੈ। ਕੀ ਹੁੰਦਾ ਜਦੋਂ ਆਪਾਂ ਮੈਟਲਸ ਨੂੰ ਕੀ ਆ ਏਅਰਸ ਦੇ ਵਿੱਚ ਕੀ ਆ ਬਰਨ ਕਰਦੇ ਆ। ਆਲਮੋਸਟ ਆਲ ਮੈਟਲਸ ਕੰਬਾਈਨ ਵਿਦ ਦੀ ਆਕਸੀਜਨ ਟੂ ਫਾਰਮ ਦੀ ਮੈਟਲ ਆਕਸਾਈਡ। ਦੇਖੋ ਏਅਰ ਦੇ ਵਿੱਚ ਕੀ ਹੁੰਦਾ, ਆਕਸੀਜਨ ਹੁੰਦਾ। ਜਦੋਂ ਵੀ ਆਪਾਂ ਕੀ ਆ ਮੈਟਲਸ ਨੂੰ ਕੀ ਆ ਏਅਰ ਦੇ ਨਾਲ ਕੀ ਰਿਐਕਟ ਕਰਵਾਉਂਦੇ ਆ, ਉਹ ਕੀ ਆਕਸੀਜਨ ਦੇ ਨਾਲ ਕੰਬਾਈਨ ਹੋ ਕੇ ਕੀ ਆ ਮੈਟਲ ਆਕਸਾਈਡ ਬਣਾ ਲੈਂਦੇ ਨੇ, ਠੀਕ ਹੈ। ਮੈਟਲ ਕੀ ਆਕਸੀਜਨ ਦੇ ਨਾਲ ਕੰਬਾਈਨ ਹੋ ਕੇ ਮੈਟਲ ਆਕਸਾਈਡ ਬਣਾ ਲੈਂਦੇ ਨੇ। ਫੋਰ ਐਗਜ਼ਾਮਪਲ ਕਾਪਰ ਕੀ ਹੈ ਮੈਟਲ ਹੈ, ਜਦੋਂ ਇਹਨੂੰ ਕੀ ਆਕਸੀਜਨ ਦੇ ਨਾਲ ਰਿਐਕਟ ਕਰਵਾਇਆ, ਇਹਨੇ ਕੀ ਹੈ ਕਾਪਰ ਆਕਸਾਈਡ ਬਣਾ ਲਿਆ, ਠੀਕ ਹੈ। ਨੈਕਸਟ ਕੀ ਹੈ, ਐਲੂਮੀਨੀਅਮ। ਐਲੂਮੀਨੀਅਮ ਨੂੰ ਜਦੋਂ ਆਕਸੀਜਨ ਦੇ ਨਾਲ ਕੰਬਾਈਨ ਕਰਵਾਇਆ ਤੇ ਇਹਨੇ ਕੀ ਹੈ ਐਲੂਮੀਨੀਅਮ ਆਕਸਾਈਡ ਬਣਾ ਲਿਆ, ਠੀਕ ਹੈ। ਨੈਕਸਟ ਆਪਾਂ ਪੜ੍ਹਿਆ ਐਸਿਡ ਬੇਸਿਸ ਐਂਡ ਸੌਲਟਸ ਦੇ ਚੈਪਟਰ ਦੇ, ਮੈਟਲ ਆਕਸਾਈਡਸ ਆਰ ਬੇਸਿਕ ਇਨ ਨੇਚਰ, ਠੀਕ ਹੈ। Next है, some metal oxides shows the both acidic and basic behavior such metal oxides which react with both acid as well as bases to produce the salt and water are known as the amphoteric oxide। ਆਪਾਂ ਕੀ ਕਿਹਾ ਸੀ, ਮੈਟਲ ਆਕਸਾਈਡਸ ਕੀ ਹੈ ਬੇਸਿਕ ਇਨ ਨੇਚਰ ਆ, ਓਕੇ, ਸਿਰਫ ਬੇਸਿਕ ਇਨ ਨੇਚਰ ਹੁੰਦੇ ਆ। ਬਟ ਕਿ ਕੁਛ ਮੈਟਲਸ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਬਹੁਤ ਬਿਹੇਵੀਅਰ ਸ਼ੋ ਕਰਦੇ ਆ, ਐਸਿਡਿਕ ਬਿਹੇਵੀਅਰ ਵੀ ਅਤੇ ਬੇਸਿਕ ਬਿਹੇਵੀਅਰ ਵੀ ਸ਼ੋ ਕਰਦੇ ਆ, ਠੀਕ ਹੈ। ਉਹ ਮੈਟਲ ਆਕਸਾਈਡਸ ਜਿਹੜੇ ਕਿ ਬੇਸਿਕ ਮਤਲਬ ਦੋਨੋਂ ਐਸਿਡ ਅਤੇ ਬੇਸ ਨਾਲ ਰਿਐਕਟ ਹੋ ਸਕਦੇ ਆ ਟੂ ਪ੍ਰੋਡਿਊਸ ਦੀ ਸਾਲਟ ਐਂਡ ਵਾਟਰ ਆਰ ਨੋਨ ਐਜ਼ ਦੀ ਐਮਫੋਟੈਰਿਕ ਆਕਸਾਈਡ। ਉਹਨਾਂ ਨੂੰ ਆਪਾਂ ਕੀ ਨੇ ਐਮਫੋਟੈਰਿਕ ਆਕਸਾਈਡ। ਜਿਹੜੇ ਮੈਟਲਸ ਕੀ ਹੈ ਐਸਿਡ ਦੇ ਨਾਲ ਵੀ ਰਿਐਕਟ ਹੁੰਦੇ ਆ ਕਿ ਬੇਸ ਦੇ ਨਾਲ ਵੀ ਰਿਐਕਟ ਹੁੰਦੇ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਐਮਫੋਟੈਰਿਕ ਆਕਸਾਈਡਸ ਕਹਿੰਦੇ ਆ, ਠੀਕ ਹੈ। ਜ਼ਿੰਕ ਆਕਸਾਈਡ ਅਤੇ ਐਲੂਮੀਨੀਅਮ ਆਕਸਾਈਡਸ ਆਰ ਦੀ ਐਮਫੋਟੈਰਿਕ ਆਕਸਾਈਡਸ। ਜ਼ਿੰਕ ਆਕਸਾਈਡ ਅਤੇ ਐਲੂਮੀਨੀਅਮ ਆਕਸਾਈਡਸ ਕੀ ਹੈ ਅਜਿਹੇ ਮੈਟਲ ਆਕਸਾਈਡਸ ਨੇ ਜਿਨ੍ਹਾਂ ਨੂੰ ਆਪਾਂ ਜਿਹੜੇ ਕੀ ਹੈ ਐਸਿਡ ਦੇ ਨਾਲ ਵੀ ਰਿਐਕਟ ਕਰਦੇ ਅਤੇ ਬੇਸ ਦੇ ਨਾਲ ਵੀ ਰਿਐਕਟ ਕਰਦੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਐਮਫੋਟੈਰਿਕ ਆਕਸਾਈਡ ਕਹਿੰਦੇ ਆ। ਇਹ ਬਹੁਤ ਇੰਪੋਰਟੈਂਟ ਐਗਜ਼ਾਮਪਲ ਹੈ। ਐਲੂਮੀਨੀਅਮ ਦੇਖੋ, ਐਲੂਮੀਨੀਅਮ ਕੀ ਹੈ ਐਸਿਡ ਦੇ ਨਾਲ ਰਿਐਕਟ ਕਰਦੀ ਹੈ ਤਾਂ ਕੀ ਬਣਾ ਲੈਂਦੀ ਹੈ ਐਲੂਮੀਨੀਅਮ ਕਲੋਰਾਈਡ ਦੇ ਕੀ ਵਾਟਰ ਬਣਾਉਂਦੀ ਹੈ। ਫਿਰ ਕੀ ਐਲੂਮੀਨੀਅਮ ਆਕਸਾਈਡ ਨੂੰ ਜਦੋਂ ਆਪਾਂ ਬੇਸ ਦੇ ਨਾਲ ਰਿਐਕਟ ਕਰਵਾਉਂਦੇ ਹਾਂ ਤਾਂ ਉਹ ਸੋਡੀਅਮ ਐਲੂਮੀਨੇਟ ਬਣਾ ਲੈਂਦੀ ਹੈ ਅਤੇ ਵਾਟਰ ਬਣਾ ਲੈਂਦੀ ਹੈ, ਕਿ ਸੋਲਟ ਨਹੀਂ, ਠੀਕ ਹੈ। ਮਤਲਬ ਐਲੂਮੀਨੀਅਮ ਬੇਸ ਨਾਲ ਵੀ ਰਿਐਕਟ ਕਰ ਰਹੀ ਹੈ ਅਤੇ ਐਸਿਡ ਦੇ ਨਾਲ ਵੀ ਰਿਐਕਟ ਕਰ ਰਹੀ ਹੈ, ਇਸ ਲਈ ਇਹਨੂੰ ਆਪਾਂ ਕੀ ਕਹਾਂਗੇ ਐਮਫੋਟੈਰਿਕ ਆਕਸਾਈਡ ਕਹਾਂਗੇ, ਠੀਕ ਹੈ। ਇੰਪੋਰਟੈਂਟ ਐਗਜ਼ਾਮਪਲ ਹੈ। ਨੈਕਸਟ ਕੀ ਹੈ, ਮੋਸਟ ਮੈਟਲ ਆਕਸਾਈਡਸ ਆਰ ਇਨਸੋਲਿਊਬਲ ਇਨ ਵਾਟਰ ਬਟ ਸਮ ਆਫ ਥੀਸ ਡਿਜ਼ੋਲਵ ਇਨ ਵਾਟਰ ਟੂ ਫਾਰਮ ਦੀ ਐਲਕਲੀਜ਼।
जे आपां देखिए जिहड़े कि ज़्यादातर मैटल ऑक्साइड्स होंदे आ इनसोल्यूबल इन वाटर होंदे आ, मतलब वो वाटर दे विच की ईजली डिजोल्व नहीं होंदे, ठीक है। बट सम ऑफ दीज डिजोल्व इन वाटर, बट कुछ की है जिहड़े कि है वाटर दे विच की डिजोल्व हो जाते हैं टू फॉर्म दी एल्कलीज। वो किहड़े है, जिवें सोडियम ऑक्साइड नूं आपां वाटर दे विच की है डिजोल्व किया तो उन्हें की बनाया सोडियम हाइड्रोक्साइड बना लिया, तो पोटाशियम नूं जदों आपां कि वाटर दे विच डिजोल्व किया तो उन्हें की बना लिया पोटाशियम हाइड्रोक्साइड। ये किहड़े मैटल्स ने जिहड़े डिजोल्व होंदे वाटर दे विच, वो किहड़े आ सोडियम ऑक्साइड ते की है पोटाशियम ऑक्साइड, ठीक है। नैक्सट है डिफरेंट मैटल्स शोज द डिफरेंट रिएक्टिविटी टूवर्ड्स द ऑक्सीजन, ठीक है। मेटल सच एज पोटाशियम एंड द सोडियम react so vigorously that they catch the fire if kept in open। देखो सारे मैटल्स ਜਿਹੜੇ डिफरेंट मैटल्स ने वो कि आपकी डिफरेंट रिएक्टिविटी शो करते ऑक्सीजन के नाल, ठीक है। बट कि मैटल्स जिमें कि आ पोटाशियम ते कि सोडियम है, जो इनू आप की है ओपन दे विच रखते हैं, ओपन एयर दे विच रखते हैं, तो एयर दे विच की ऑक्सीजन है, ये की है पोटाशियम ते सोडियम की है ऑक्सीजन ਦੇ ਨਾਲ इन्हां ਦੀ रिएक्टिविटी इन्नी ज़्यादा है कि ਜਦੋਂ भी इन्हों आप ओपन ਦੇ ਵਿੱਚ ਰੱਖਦੇ ਹਾਂ तो ये ईजिली की आ फायर ਨੂੰ ਕੀ कैच कर लेंगे। हैंस टू प्रोटेक्ट दैम एंड टू प्रिवेंट एक्सीडेंटल फायर्स दे कैप्ट इमर्सड इन दी कैरोसिन ऑयल। ਤਾਂ ਕਰਕੇ ਆਪਾਂ ਨੂੰ ਇਹਨਾਂ ਨੂੰ ਕੀ ਬਚਾਉਣ ਦੇ ਲਈ ਕਿ ਮਤਲਬ ਫਾਇਰ ਕੈਚ ਨਾ ਕਰਨ, ਇਸ ਲਈ ਆਪਾਂ ਨੂੰ ਕੀ ਇਹਨੂੰ ਕੀ ਹੈ मतलब कि कैरोसिन ऑयल्स ਦੇ ਵਿੱਚ ਕੀ ਹੈ ਇਮਰਸ ਕਰਕੇ ਰੱਖਣਾ ਪੈਂਦਾ, ठीक है। ਉਹ ਕਿਹੜੇ ਜਿਨ੍ਹਾਂ ਨੂੰ ਆਪਾਂ कैरोसिन ऑयल ਦੇ ਵਿੱਚ ਇਮਰਸ ਕਰਕੇ ਰੱਖਣਾ ਪੈਂਦਾ, ਇੰਪੋਰਟੈਂਟ ਹੈ सोडियम ਤੇ ਕੀ ਹੈ पोटाशियम, क्योंकि ਇਹਨਾਂ ਦੀ ਰਿਐਕਟੀਵਿਟੀ ਆਕਸੀਜਨ ਦੇ ਨਾਲ ਬਹੁਤ ਜ਼ਿਆਦਾ ਹੈ, ਈਜ਼ੀਲੀ ਕੀ फायर ਨੂੰ कैच कर सकते, ठीक है। नेक्स्ट पॉइंट है एट ऑर्डिनरी टेम्परेचर द सर्फेस ऑफ द मेटल्स सच एज द मैग्नीशियम, एल्यूमीनियम, जिंक, लेड एटसेट्रा आर कवर्ड विद द थिन लेयर ऑफ ऑक्साइड्स। द प्रोटेक्टिव ऑक्साइड लेयर प्रिवेंट द मैटल फ्रॉम द फर्दर ऑक्सीडेशन। आप की करते हैं जोड़े मैटल्स होंगे उन्होंने सरफेस के उत्ते की आप एक प्रोटेक्टिव थिन लेयर ऑफ ऑक्साइड की है चढ़ा दें, कवर कर दें मैटल्स नूं थिन लेयर के नाल, ठीक है। तो ये लेयर है जी उन्होंने मैटल्स नूं की फर्दर ऑक्सीडेशन होने तो की है बचाती है, ठीक है। इसलिए आप उत्ते की है एक थिन लेयर ऑफ ऑक्साइड के नाल की है मैटल सरफेस नूं कवर कर दें ताकि वो फर्दर ऑक्सीडेशन ना हो, ठीक है। नैक्सट पॉइंट है सिल्वर एंड दी गोल्ड डू नॉट रिएक्ट विद दी ऑक्सीजन ईवन एट हायर टेम्परेचर, ठीक है। ऑक्सीजन तो गोल्ड की अजिहे मैटल्स ने वो की है ऑक्सीजन के नाल रिएक्ट नहीं करते, जो आप टैंपरेचर भी हाई कर दिए तो भी नहीं रिएक्ट करते। इंपॉर्टेंट पॉइंट है कि मैटल्स ने जोड़े की है ऑक्सीजन के नाल रिएक्ट नहीं करते, सिल्वर तो की है गोल्ड, ठीक है। नैक्सट है मैटल्स रिएक्ट विद दी वाटर। हुण आपां की रिएक्शन पढ़नी है मैटल की है वाटर के नाल। मैटल्स की है जो वाटर के नाल रिएक्ट कर देते हो कि मैटल ऑक्साइड की है वाटर प्रोड्यूस करते, ठीक है। ਜਾਂ ਫਿਰ ਉਹ ਮੈਟਲ ਆਕਸਾਈਡ ਨੂੰ ਕਿ ਆਪਾਂ ਫਰਦਰ ਜੇ ਦੁਬਾਰਾ ਮੈਟਲ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤੇ ਉਹ ਕੀ ਫਾਰਮ ਕਰ ਦਿੰਦੇ ਆ, ਉਹ ਕੀ ਪ੍ਰੋਡਿਊਸ ਕਰਦੇ ਆ ਮੈਟਲ ਹਾਈਡਰੋਕਸਾਈਡ। ਨੈਕਸਟ ਆਪਾਂ ਪੜ੍ਹਦੇ ਹਾਂ metals like potassium and the sodium react violently with the cold water. In case of the sodium and the potassium, the reaction is so violent and exothermic that evolved hydrogen gas immediately catch fire. अब आप पीछे पढ़े हैगा भी सोडियम ते पोटाशियम की ऑक्सीजन के नाल इन्ना ज़्यादा उन्होंने रिएक्शन होंगी है, ठीक है, वो कि ईजिली फायर कैच कर लेंगे ने। इत्थे भी यही है जो मैटल की है जिमें सोडियम तो पोटाशियम जो आप वाटर के नाल रिएक्ट करवाने आ वो कि इन्ना ज़्यादा वायलेंटली रिएक्ट करते हैं, वो कि एक्सोथर्मिक मतलब कि इन्नी ज़्यादा हीट प्रोड्यूस करते हैं कि जोड़ा वो कि हाइड्रोजन इवॉल्व होंगे ईजिली कि फायर में कैच कर लेंदा, ठीक है। जिमें हम सोडियम है उन्होंने आप वाटर के नाल रिएक्ट करवाया, पोटाशियम ने वाटर के नाल रिएक्ट करवाया तो उन्हें की किया पोटाशियम हाइड्रोक्साइड बना लिया तो हाइड्रोजन गैस रिलीज़ की तो इन्नी ज़्यादा हीट प्रोड्यूस की कि जो हाइड्रोजन गैस इवॉल्व होया इन्हें कि ईजिली फायर कैच कर लेंदा, ठीक है। सेम की सोडियम में जो आप वाटर के नाल रिएक्ट करवावांगे तो वो की सोडियम हाइड्रोक्साइड बना लेंदा, सॉरी इत्थे कि सोडियम हाइड्रोक्साइड बना लेंदा तो हाइड्रोजन गैस रिलीज़ करता तो हीट एनर्जी रिलीज़ करता, ठीक है। जी भी आप पढ़िया जी भी रिएक्शनस की है हीट रिलीज़ कर दियाँ ने उन्होंने आप कहने एक्सोथर्मिक रिएक्शनस कहने हैं, ठीक है। नैक्सट द रिएक्शन ऑफ कैल्शियम विद वाटर इज़ लैस वायलेंट।
ਹੁਣ ਆਪਾਂ ਇੱਥੇ ਤਾਂ ਬੜੇ ਸੋਡੀਅਮ ਤੇ ਪੋਟਾਸ਼ੀਅਮ ਕੀ ਆ ਵਾਟਰ ਦੇ ਨਾਲ ਵਾਇਲੈਂਟਲੀ ਰਿਐਕਟ ਕਰਦੇ ਨੇ, ਬਟ ਜਿਹੜੇ ਕੈਲਸ਼ੀਅਮ ਹੈ ਇਹ ਇੰਨੀ ਜ਼ਿਆਦਾ ਰਿਐਕਸ਼ਨ ਨਹੀਂ ਸ਼ੋ ਕਰਦਾ, ਠੀਕ ਹੈ। ਦ ਹੀਟ ਇਵੋਲਵਡ ਇਜ਼ ਨੋਟ ਸਫੀਸ਼ੀਐਂਟ ਫॉर ਦੀ ਹਾਈਡਰੋਜਨ ਟੂ ਕੈਚ ਦੀ ਫਾਇਰ। ਜਿਹੜੀ ਇਹਦੇ ਵਿੱਚ ਹੀਟ ਇਵੋਲਵ ਹੁੰਦੀ ਹੈ ਉਹ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਹਾਈਡਰੋਜਨ ਕੀ ਆ ਫਾਇਰ ਕੈਚ ਕਰ ਲੇ, ਠੀਕ ਹੈ। ਕੈਲਸ਼ੀਅਮ ਨੂੰ ਜਦੋਂ ਆਪਾਂ ਕੀ ਵਾਟਰ ਦੇ ਨਾਲ ਰਿਐਕਟ ਕਰਵਾਉਂਦੇ ਹਾਂ ਤਾਂ ਕੈਲਸ਼ੀਅਮ ਹਾਈਡਰੋਕਸਾਈਡ ਦੀ ਕਿ ਹਾਈਡਰੋਜਨ ਗੈਸ ਰਿਲੀਜ਼ ਹੁੰਦੀ ਹੈ, ਠੀਕ ਹੈ। ਕੈਲਸ਼ੀਅਮ ਸਟਾਰਟਸ ਫਲੋਟਿੰਗ ਬਿਕੋਜ਼ ਦੀ ਬਬਲਸ ਆਫ ਦੀ ਹਾਈਡਰੋਜਨ ਗੈਸ ਸਟਿਕ ਟੂ ਦੀ ਸਰਫੇਸ ਆਫ ਦੀ ਮੈਟਲ। ਜਦੋਂ ਆਪਾਂ ਕੈਲਸ਼ੀਅਮ ਨੂੰ ਕੀ ਹੈ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤਾਂ ਕੈਲਸ਼ੀਅਮ ਕੀ ਆ ਫਲੋਟ ਕਰਨਾ ਸਟਾਰਟ ਕਰ ਦਿੰਦਾ, ਠੀਕ ਹੈ। ਕਿਉਂਕਿ ਇਹਦੇ ਸਰਫੇਸ ਦੇ ਉੱਤੇ ਕੀ ਹੈ ਹਾਈਡਰੋਜਨ ਗੈਸ ਦੇ ਕੀ ਹੈ ਬਬਲਸ ਹੁੰਦੇ ਆ ਜਿਹੜੇ ਕਿ ਇਹਨੂੰ ਫਲੋਟ ਕਰਨ ਦੇ ਵਿੱਚ ਹੈਲਪ ਕਰਦੇ ਆ, ਠੀਕ ਹੈ। ਨੈਕਸਟ ਹੈਗਾ ਮੈਗਨੀਸ਼ੀਅਮ ਡੂ ਨੋਟ ਰਿਐਕਟ ਵਿਦ ਦੀ ਕੋਲਡ ਵਾਟਰ। ਅਤੇ ਮੈਗਨੀਸ਼ੀਅਮ ਕੀ ਹੈ ਕੋਲਡ ਵਾਟਰ ਦੇ ਨਾਲ ਰਿਐਕਟ ਨਹੀਂ ਕਰਦਾ, ਇਟ ਰਿਐਕਟਸ ਵਿਦ ਦੀ ਹੌਟ ਵਾਟਰ। ਮਤਲਬ ਕੀ ਹੈ ਇਹ ਕੀ ਹੈ ਜਦੋਂ ਆਪਾਂ ਇਹਨੂੰ ਕੋਲਡ ਵਾਟਰ ਦੇ ਵਿੱਚ ਡਿਜ਼ੋਲਵ ਕਰਾਂਗੇ ਤਾਂ ਮੈਗਨੀਸ਼ੀਅਮ ਕੀ ਡਿਜ਼ੋਲਵ ਨਹੀਂ ਹੋਊਗਾ, ਬਟ ਇਹਨੂੰ ਕੀ ਆਪਾਂ ਜਦੋਂ ਹੌਟ ਵਾਟਰ ਦੇ ਵਿੱਚ ਡਿਜ਼ੋਲਵ ਕਰਾਂਗੇ ਤਾਂ ਈਜ਼ੀਲੀ ਕੀ ਹੈ ਡਿਜ਼ੋਲਵ ਹੋ ਜਾਊਗਾ, ਠੀਕ ਹੈ। ਇਹ ਕੀ ਹੈ ਮੈਗਨੀਸ਼ੀਅਮ ਨੂੰ ਜਦੋਂ ਆਪਾਂ ਵਾਟਰ ਦੇ ਵਿੱਚ ਰਿਐਕਟ ਕਰਵਾਉਂਦੇ ਤਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਦੀ ਕੀ ਹੈ ਹਾਈਡਰੋਜਨ ਗੈਸ ਰਿਲੀਜ਼ ਕਰਦਾ। ਸਿਮਿਲਰਲੀ ਜਿਵੇਂ ਕਿ ਕੈਲਸ਼ੀਅਮ ਫਲੋਟ ਕਰਦਾ ਪਾਣੀ ਦੇ ਵਿੱਚ ਕੀ ਹੈ ਜਦੋਂ ਆਪਾਂ ਮੈਗਨੀਸ਼ੀਅਮ ਨੂੰ ਹੌਟ ਵਾਟਰ ਦੇ ਵਿੱਚ ਮਤਲਬ ਰਿਐਕਟ ਕਰਵਾਵਾਂਗੇ ਤਾਂ ਇਹ ਵੀ ਕੀ ਫਲੋਟ ਕਰਨਾ ਸਟਾਰਟ ਹੋ ਜਾਂਦਾ। ਕਿਉਂਕਿ ਬਬਲਸ ਆਫ ਦੀ ਹਾਈਡਰੋਜਨ ਗੈਸ ਸਟਿਕ ਟੂ ਦੀ ਸਰਫੇਸ ਆਫ ਦੀ ਮੈਟਲ। ਇਹਦੇ ਵੀ ਕੀ ਹੈ ਬਬਲਸ ਜਿਹੜੇ ਹੁੰਦੇ ਆ ਉਹ ਕੀ ਇਹਨੂੰ ਫਲੋਟ ਕਰਨ ਦੇ ਵਿੱਚ ਕੀ ਹੈਲਪ ਕਰਦੇ ਆ, ਠੀਕ ਹੈ। ਨੈਕਸਟ ਹੈਗਾ ਮੈਟਲਸ ਲਾਈਕ ਐਲੂਮੀਨੀਅਮ ਜ਼ਿੰਕ ਆਇਰਨ ਡੂ ਨੋਟ ਰਿਐਕਟ ਏਦਰ ਵਿਦ ਦ cold or the hot water but they react with the steam to form the metal oxide and the hydrogen। ਆਪਾਂ ਪਿੱਛੇ ਪੜ੍ਹਿਆ ਜਿਹੜੇ ਸੋਡੀਅਮ ਤੇ ਪੋਟਾਸ਼ੀਅਮ ਸੀਗੇ ਉਹ ਵਾਟਰ ਦੇ ਨਾਲ ਬਹੁਤ ਜਲਦੀ ਰਿਐਕਟ ਕਰਦੇ ਸੀ। ਬਾਅਦ 'ਚ ਆਪਾਂ ਪੜ੍ਹਿਆ ਕਿ ਕੈਲਸ਼ੀਅਮ ਹੈ ਜਿਹੜਾ ਉਹ ਕੀ ਆ ਈਜ਼ੀਲੀ ਰਿਐਕਟ ਨਹੀਂ ਕਰਦਾ ਵਾਟਰ ਦੇ ਨਾਲ। ਫਿਰ ਆਪਾਂ ਪੜ੍ਹਿਆ ਮੈਗਨੀਸ਼ੀਅਮ ਹੈ ਜਿਹੜਾ ਕਿ ਉਹ ਕੋਲਡ ਵਾਟਰ ਦੇ ਨਾਲ ਰਿਐਕਟ ਨਹੀਂ ਕਰਦਾ, ਉਹ ਕੀ ਹੈ ਹੌਟ ਵਾਟਰ ਦੇ ਨਾਲ ਰਿਐਕਟ ਕਰਦਾ। ਨੈਕਸਟ ਹੁਣ ਆਪਾਂ ਪੜ੍ਹਾਂਗੇ ਐਲੂਮੀਨੀਅਮ ਜ਼ਿੰਕ ਆਇਰਨ ਹੈ ਜਿਹੜੇ ਇਹ ਕੀ ਹੈ ਨਾ ਹੀ ਤਾਂ ਕੋਲਡ ਵਾਟਰ ਨਾਲ ਰਿਐਕਟ ਕਰਦੇ ਆ ਅਤੇ ਨਾ ਹੀ ਕੀ ਹੌਟ ਵਾਟਰ ਨਾਲ ਰਿਐਕਟ ਕਰਦੇ ਆ, ਬਟ ਇਹ ਕੀ ਕਿਹਦੇ ਨਾਲ ਰਿਐਕਟ ਕਰਦੇ ਆ ਸਟੀਮ ਦੇ ਨਾਲ ਰਿਐਕਟ ਕਰਦੇ ਆ ਟੂ ਪ੍ਰੋਡਿਊਸ ਦੀ ਮੈਟਲ ਆਕਸਾਈਡ ਐਂਡ ਦੀ ਹਾਈਡਰੋਜਨ ਗੈਸ, ਠੀਕ ਹੈ। ਐਲੂਮੀਨੀਅਮ ਹੈ, ਐਲੂਮੀਨੀਅਮ ਕੀ ਵਾਟਰ ਦੇ ਨਾਲ ਰਿਐਕਟ ਕਰਕੇ ਐਲੂਮੀਨੀਅਮ ਆਕਸਾਈਡ ਬਣਾਉਂਦਾ ਅਤੇ ਕੀ ਹਾਈਡਰੋਜਨ ਗੈਸ। ਹੁਣ ਇੱਥੇ ਕੀ ਵਾਟਰ ਆਪਾਂ ਕੀ ਲਿਕੁਇਡ ਹੁੰਦਾ ਬਟ ਇਹ ਕੀ ਵਾਟਰ ਕੀ ਸਟੀਮ ਫੋਰਮ ਦੇ ਵਿੱਚ ਆ ਤਾਂ ਕਰਕੇ ਇਹਨੂੰ ਆਪਾਂ ਕੀ ਗੈਸ ਲਿਖਾਂਗੇ, ਠੀਕ ਹੈ। ਆਇਰਨ ਹੈ, ਆਇਰਨ ਵਾਟਰ ਦੇ ਨਾਲ ਰਿਐਕਟ ਕਰਦਾ ਮਤਲਬ ਸਟੀਮ ਦੇ ਨਾਲ ਰਿਐਕਟ ਕਰਦਾ ਅਤੇ ਕੀ ਬਣਾਉਂਦਾ ਫੈਰਿਕ ਆਕਸਾਈਡ ਅਤੇ ਕੀ ਹੈ ਹਾਈਡਰੋਜਨ ਗੈਸ, ਠੀਕ ਹੈ। ਇਹ ਮੈਟਲਸ ਇਹ ਪੁੱਛਿਆ ਜਾ ਸਕਦਾ ਵੀ ਕਿਹੜੇ ਮੈਟਲਸ ਨੇ ਜਿਹੜੇ ਨਾ ਹੀ ਤਾਂ ਕੋਲਡ ਵਾਟਰ ਨਾਲ ਰਿਐਕਟ ਕਰਦੇ ਨਾ ਹੀ ਹੌਟ ਵਾਟਰ ਦੇ ਨਾਲ, ਬਟ ਉਹ ਕੀ ਸਟੀਮ ਦੇ ਨਾਲ ਰਿਐਕਟ ਕਰਦੇ ਉਹ ਕਿਹੜੇ ਐਲੂਮੀਨੀਅਮ ਅਤੇ ਕੀ ਹੈ ਆਇਰਨ, ਠੀਕ ਹੈ। ਇਹਨਾਂ ਦੀ ਇਕੁਏਸ਼ਨ ਇੰਪੋਰਟੈਂਟ ਹੈ। ਮੈਟਲ ਸੱਚ ਐਜ਼ ਦੀ ਲੈਡ ਕਾਪਰ ਸਿਲਵਰ ਗੋਲਡ ਡੂ ਨਾਟ ਰਿਐਕਟ ਵਿਦ ਵਾਟਰ ਐਟ ਆਲ, ਠੀਕ ਹੈ। ਜਿਹੜੇ ਲੈਡ ਕਾਪਰ ਸਿਲਵਰ ਗੋਲਡ ਹੈ ਇਹ ਕੀ ਵਾਟਰ ਦੇ ਨਾਲ ਕਦੇ ਵੀ ਰਿਐਕਟ ਨਹੀਂ ਕਰਦੇ, ਠੀਕ ਹੈ। ਨੈਕਸਟ ਆਪਾਂ ਪੜ੍ਹਾਂਗੇ ਰਿਐਕਸ਼ਨ ਆਫ ਦੀ ਮੈਟਲ ਵਿਦ ਦੀ ਐਸਿਡ। ਹੁਣ ਆਪਾਂ ਨੂੰ ਪਤਾ ਹੈ ਜਦੋਂ ਵੀ ਮੈਟਲ ਕੀ ਐਸਿਡ ਦੇ ਨਾਲ ਰਿਐਕਟ ਕਰਦਾ ਅਤੇ ਉਹ ਕੀ ਸਾਲਟ ਅਤੇ ਕੀ ਹੈ ਹਾਈਡਰੋਜਨ ਗੈਸ ਪ੍ਰੋਡਿਊਸ ਕਰਦੇ ਆ, ਠੀਕ ਹੈ। एग्जाम्पल ले लेने मैग्नीशियम ਨੂੰ ਕਿ ਆਪਾਂ ਐਸਿਡ ਦੇ ਨਾਲ ਰਿਐਕਟ ਕਰਵਾਇਆ ਤਾਂ ਉਹਨੇ ਕਿ ਮੈਗਨੀਸ਼ੀਅਮ ਕਲੋਰਾਈਡ ਦੀ ਕਿ ਹਾਈਡਰੋਜਨ ਗੈਸ ਦਿੱਤੀ, ਠੀਕ ਹੈ। ਜ਼ਿੰਕ ਦੇ ਨਾਲ ਜਦੋਂ ਆਪਾਂ ਕੀਤਾ ਉਹਨੇ ਕੀ ਪ੍ਰੋਡਿਊਸ ਕੀਤੀ ਜ਼ਿੰਕ ਕਲੋਰਾਈਡ ਦੀ ਕਿ ਹਾਈਡਰੋਜਨ ਗੈਸ। बट द हाइड्रोजन गैस इज़ नॉट इवॉल्व वैन अ मैटल रिएक्ट विद द नाइट्रिक एसिड। ਜਦੋਂ ਤੱਕ ਕਹਿੰਦੇ ਵੀ ਮੈਟਲ ਕੀ ਹੈ ਮਤਲਬ HCl ਦੇ ਨਾਲ ਰਿਐਕਟ ਕਰਦਾ ਉਦੋਂ ਤੋਂ ਕੀ ਹਾਈਡਰੋਜਨ ਗੈਸ ਪ੍ਰੋਡਿਊਸ ਕਰਦਾ, ਬਟ ਜਦੋਂ ਕਿ ਨਾਈਟ੍ਰਿਕ ਐਸਿਡ ਵੀ ਤਾਂ ਕੀ ਐਸਿਡ ਆ, ਜਦੋਂ ਕਿ ਮੈਟਲ ਕੀ ਨਾਈਟ੍ਰਿਕ ਐਸਿਡ ਨਾਲ ਕੀ ਰਿਐਕਟ ਕਰਦਾ ਉਦੋਂ ਕਿ ਹਾਈਡਰੋਜਨ ਗੈਸ ਪ੍ਰੋਡਿਊਸ ਨਹੀਂ ਕਰਦਾ, ਠੀਕ ਹੈ। क्यों? बिकॉज इट इज़ अ स्ट्रॉन्ग ऑक्सीडाइजिंग एजेंट, ठीक है। इट ऑक्सीडाइज द हाइड्रोजन गैस टू प्रोड्यूस द वाटर एंड इट सेल्फ गेट रिड्यूस टू एनी ऑफ दीज नाइट्रोजन ऑक्साइड, ठीक है। जिमें कि नाइट्रस ऑक्साइड नाइट्रोजन मोनोऑक्साइड ते नाइट्रोजन के डाईऑक्साइड। एक ही कहते भी नाइट्रिक एसिड है ਜਿਹੜਾ ਜਦੋਂ ਰਿਐਕਟ ਕਰਦਾ ਮੈਟਲ ਦੇ ਨਾਲ ਉਹ ਕਿ ਹਾਈਡਰੋਜਨ ਗੈਸ ਨੂੰ ਇਵੋਲਵ ਨਹੀਂ ਕਰਦਾ, ਕਿਉਂ? ਕਿਉਂਕਿ ਇੰਨਾ ਜ਼ਿਆਦਾ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੈ। ਜਦੋਂ ਕਿ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀ ਹੈ, ਠੀਕ ਹੈ, ਉਹ ਕੀ ਕਰਦਾ ਉਹਨੂੰ ਹਾਈਡਰੋਜਨ ਗੈਸ ਨੂੰ ਆਕਸੀਡਾਈਜ਼ ਕਰ ਦਿੰਦਾ ਵਾਟਰ ਦੇ ਵਿੱਚ ਅਤੇ ਆਪ ਹੈ ਜਿਹੜਾ ਖੁਦ ਨਾਈਟ੍ਰਿਕ ਐਸਿਡ ਹੈ ਜਿਹੜਾ ਉਹ ਰਿਡਿਊਸ ਹੋ ਜਾਂਦਾ ਐਨੀ ਆਫ ਦੀ ਨਾਈਟ੍ਰੋਜਨ ਆਕਸਾਈਡ, ਕਿਸੇ ਵੀ ਨਾਈਟ੍ਰੋਜਨ ਆਕਸਾਈਡ ਦੇ ਵਿੱਚ ਖੁਦ ਨੂੰ ਰਿਡਿਊਸ ਕਰ ਦਿੰਦਾ ਅਤੇ ਜਿਹੜੀ ਹਾਈਡਰੋਜਨ ਗੈਸ ਉਹਨੂੰ ਆਕਸੀਡਾਈਜ਼ ਕਰ ਦਿੰਦਾ ਵਾਟਰ ਦੇ ਵਿੱਚ। ਇਸ ਲਈ ਕਿ ਹਾਈਡਰੋਜਨ ਗੈਸ ਇਸ ਰਿਐਕਸ਼ਨ ਵਿੱਚ ਹਾਈਡਰੋਜਨ ਗੈਸ ਇਵੋਲਵ ਨਹੀਂ ਹੁੰਦੀ,
ठीक है। नैक्सट है मैगनीशियम एंड दी मैगनीज रिएक्ट विद वेरी डाइल्यूट नाइट्रिक एसिड टू इवॉल्व दी हाइड्रोजन गैस। तो मैगनीशियम ਤੇ ਮੈਗਨੀਜ਼ ਰਿਐਕਟ ਕਰਦੇ ਨੇ ਡਾਇਲੂਟ ਨਾਈਟ੍ਰਿਕ ਐਸਿਡ ਦੇ ਨਾਲ ਟੂ ਇਵੋਲਵ ਦੀ ਹਾਈਡਰੋਜਨ ਗੈਸ। ਠੀਕ ਹੈ, ਇੱਥੇ ਕੀ ਹੈ ਨਾਈਟ੍ਰਿਕ ਕੰਸਨਟ੍ਰੇਟਡ ਨਾਈਟ੍ਰਿਕ ਐਸਿਡ ਨਹੀਂ ਡਾਇਲੂਟ ਨਾਈਟ੍ਰਿਕ ਐਸਿਡ ਹੈ, ਮਤਲਬ ਇਹ ਨਾਈਟ੍ਰਿਕ ਐਸਿਡ ਨੂੰ ਆਪਾਂ ਇੰਨਾ ਜ਼ਿਆਦਾ ਡਿਲਿਊਟ ਕੀਤਾ ਜਦੋਂ ਉਹ ਕੀ ਹੈ ਮੈਗਨੀਸ਼ੀਅਮ ਤੇ ਕੀ ਹੈ ਮੈਗਨੀਜ਼ ਦੇ ਨਾਲ ਰਿਐਕਟ ਕਰੂਗਾ ਉਦੋਂ ਹੀ ਉਹ ਹਾਈਡਰੋਜਨ ਗੈਸ ਰਿਲੀਜ਼ ਕਰੂਗਾ। ਠੀਕ ਹੈ, ਇਹਦੀ ਰਿਐਕਟਿਵਿਟੀ ਕੀ ਹੈ मैगनीशियम की है सब तो ज़्यादा मतलब हाइड्रोजन गैस इवॉल्व करूँगा, दैन एलुमिनियम, दैन जिंक, दैन की आयरन। नैक्सट है कॉपर डज नॉट रिएक्ट विद HCl। कॉपर अजिहा मैटल है जोड़ा की है HCl के नाल रिएक्शन नहीं शो करूँगा। ठीक है, नैक्सट है रिएक्शन ऑफ मैटल विद द सोल्यूशन ऑफ द अदर सॉल्ट्स। ठीक है, आप पहला रिएक्शन कि पढ़ के हटे, पहला आप ऑक्सीजन के नाल रिएक्शन पढ़ी, फिर आप वाटर के नाल रिएक्शन पढ़ी है। ठीक है, फिर आप एसिड के नाल रिएक्शनस पढ़िया, हुण आप मैटल की की है रिएक्शनस पढ़ांगे विद दी अदर मैटल सॉल्ट्स के नाल आप रिएक्शन पढ़ांगे। ठीक है, मैटल ए जिवें कि मैटल ए है, ठीक है, सॉल्ट ऑफ सोल्यूशन बी दे नाल रिएक्ट करता तो वह की प्रोड्यूस करता सॉल्ट सोल्यूशन ऑफ ए प्लस की है मैटल बी। एक आपां नूं किहड़ी रिएक्शन शो करदा इत्थे की मैटल ए है जदों कि मैटल बी दे सॉल्ट नाल की रिएक्ट करदा सॉल्ट दे नाल रिएक्ट करदा वो की करदा ए की है इन्ना ज़्यादा रिएक्टिव आ कि बी नूं की डिसप्लेस कर दिंदा। ठीक है, तो उत्थे की प्रोड्यूस हो जाता सॉल्ट सोल्यूशन ऑफ ए प्लस की है मैटल बी। ये किहड़ी रिएक्शन सी डिसप्लेसमेंट रिएक्शन जिहड़ी कि आपां फर्स्ट चैप्टर दे विच पढ़ चुके हैं। ठीक है, ਇਹਦੇ ਵਿੱਚ ਕੀ ਹੁੰਦਾ ਜਿਹੜਾ ਵੀ ਕੋਈ ਮੈਟਲ ਰਿਐਕਟਿਵ ਜ਼ਿਆਦਾ ਹੁੰਦਾ ਉਹ ਕੀ ਦੂਸਰੇ ਮੈਟਲ ਨੂੰ ਕੀ ਕਰ ਦਿੰਦਾ ਡਿਸਪਲੇਸ ਕਰ ਦਿੰਦਾ ਉਹਦੇ ਸੌਲਟ ਸੋਲਿਊਸ਼ਨ ਦੇ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਸੀ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ ਸੀ। ਇੱਕ ਹੀ ਇੰਪੋਰਟੈਂਟ ਪੁਆਇੰਟ ਇਹਦੇ ਵਿੱਚ ਯਾਦ ਰੱਖਣ ਵਾਲਾ ਦ ਮੋਰ ਰਿਐਕਟਿਵ ਮੈਟਲ ਕੈਨ ਰਿਪਲੇਸ ਦੀ ਲੈਸ ਰਿਐਕਟਿਵ ਮੈਟਲ। मोर रिएक्टिव मैटल है जोड़ा लैस रिएक्टिव मैटल नूं रिप्लेस कर सकता है बट अ लैस रिएक्टिव वन कैन नॉट रिप्लेस अ मोर रिएक्टिव वन। ठीक है, जोड़ा कि लैस रिएक्टिव होगा वो मोर रिएक्टिव नूं कभी भी रिप्लेस नहीं करूँगा। ये इंपॉर्टेंट पॉइंट है, हमेशा कि जोड़ा ज़्यादा रिएक्टिव मैटल होगा वही रिप्लेस करूँगा लैस रिएक्टिव मैटल नूं, बट जोड़ा लैस रिएक्टिव मैटल होगा वो कभी भी मोर रिएक्टिव मैटल नूं रिप्लेस नहीं करूँगा। नैक्सट आप एक्टिविटी पढ़ांगे जिवें कि तुहानूं स्क्रीन दे उपर की एक पिक्चर दिख रही है उहदे विच की हैगा आयरन नील नूं की आपां कॉपर सल्फेट सोल्यूशन दे विच पाया होया ते नैक्सट टेस्ट ट्यूब दे विच आपां की पाया होया कॉपर नूं की है आयरन सल्फेट सोल्यूशन दे विच पाया होया। ठीक है, इहदे विच की है जिहड़ी जिन्हों आपां आयरन नूं की कॉपर सल्फेट सोल्यूशन दे विच पाया होया ते इह की कुछ टाइम बाद आपां ऑब्जर्व करांगे इहदा कि कलर चेंज हो जाऊगा, बट जिहड़ा कॉपर हैगा वो आयरन सल्फेट सोल्यूशन दे विच पाया कॉपर वायर नूं उहदा की कलर चेंज नहीं होगा, मतलब वो कोई रिएक्शन नहीं दिखाऊगा। क्यों देखो जिवें कि आयरन है आयरन की कॉपर सल्फेट सोल्यूशन दे विच आपां डिजोल्व किया होया। ठीक है, आयरन की है ज़्यादा रिएक्टिव मैटल आपां पिछे फर्स्ट चैप्टर दे विच पढ़ चुके हैं। ठीक है, आयरन की है मोस्ट रिएक्टिव मैटल है एक दैन कॉपर। ठीक है, एक ही करूँगा कॉपर नूं की रिप्लेस कर दूगा उसके सॉल्ट सोल्यूशन की बन जाऊगा कॉपर सल्फेट सोल्यूशन आयरन सल्फेट सोल्यूशन तो की कॉपर, इसलिए इसदा कलर की चेंज हो जाऊगा ग्रीन दे विच। ठीक है, इसदा कलर सोल्यूशन का पहला की सी ब्लू सीगा कलर। ठीक है, आयरन में जो कि आप कॉपर सल्फेट के पाया वह कलर ब्लू सी, बट कि कुछ टाइम बाद जो उन्होंने रिएक्शन हो जाती है वह कलर की चेंज हो जाता है ग्रीन दे विच। ठीक है, मतलब कि इत्थे की रिएक्शन हुई है डिसप्लेसमेंट रिएक्शन हुई है। बट आप फर्स्ट दे सैकेंड दे देखते हैं सैकेंड आप की कॉपर नूं की आयरन सल्फेट सोल्यूशन दे पाया सी। ठीक है, हुण आपां नूं पता है आयरन की ज़्यादा रिएक्टिव मैटल है दैन की कॉपर की लैस रिएक्टिव मैटल है। हुण आपां इत्थे पॉइंट पढ़िया सी लैस रिएक्टिव वन कैन नॉट रिप्लेस अ मोर रिएक्टिव वन। ठीक है, हुण कि लैस रिएक्टिव है ये मोर रिएक्टिव नूं रिप्लेस नहीं कर पाऊगा तो इत्थे की कोई चेंज नहीं आऊगी। ये विच की है नो रिएक्शन कोई रिएक्शन नहीं हुई ये की है, इसलिए ये कोई चेंज आपां नूं शो नहीं होया। ठीक है, नैक्सट इंपॉर्टेंट पॉइंट है पॉइंट की है एक्वा रिजिया की है एक्वा रिजिया इज़ अ फ्रेशली प्रिपेयर्ड मिक्सचर ऑफ कंसनट्रेटेड
hydrochloric acid and the concentrated nitric acid in the ratio of the 3:1 ठीक है। एक्वा रीजिया ਕੀ ਹੈ ਇੱਕ ਇਹੋ ਜਿਹਾ ਮਿਕਸਚਰ ਹੈ ਜਿਹਦੇ ਵਿੱਚ ਆਪਾਂ ਕੀ 3 ਮੋਲਸ ਕੀ HCl ਦੇ ਲਵਾਂਗੇ ਤੇ 1 ਮੋਲ ਕੀ ਨਾਈਟ੍ਰਿਕ ਐਸਿਡ ਦਾ ਲਵਾਂਗੇ ਤੇ ਉਹਨਾਂ ਦੋਨਾਂ ਨੂੰ ਕੀ ਮਿਕਸ ਕਰਾਂਗੇ ਮਿਕਸ ਕਰਕੇ ਕੀ ਆਪਾਂ एक्वा रीजिया ਰੀਏਜੈਂਟ ਫॉर्म करांगे ठीक है। ਇਹ ਕੀ ਕਰਦਾ ਹੈ ਇਟ ਇਜ਼ ਦੀ ਵਨ ਆਫ ਦੀ ਫਿਊ ਰੀਏਜੈਂਟਸ ਦੈਟ ਇਜ਼ ਏਬਲ ਟੂ ਡਿਜ਼ੋਲਵ ਦੀ ਗੋਲਡ ਐਂਡ ਪਲੈਟੀਨਮ। ਇਹ ਕੀ ਅਜਿਹਾ ਰੀਏਜੈਂਟ ਹੈ ਜਿਹੜਾ ਕੀ ਆ ਗੋਲਡ ਤੇ ਕੀ ਪਲੈਟੀਨਮ ਨੂੰ ਕੀ ਆ ਡਿਜ਼ੋਲਵ ਕਰ ਸਕਦਾ ਠੀਕ ਹੈ। ਇੰਪੋਰਟੈਂਟ ਪੁਆਇੰਟ ਹੈ एक्वा रीजिया। एक्वा रीजिया ਕੀ ਹੁੰਦਾ ਇਹਦੇ ਵਿੱਚ ਆਪਾਂ ਕੀ ਲੈਂਦੇ ਆ 3 ਮੋਲਸ ਕੀ ਹੈ HCl ਦੇ ਲੈਂਦੇ ਆ ਮਤਲਬ ਤੇ ਕੀ ਹੈ 1 ਮੋਲ ਕਿਹਦਾ ਲੈਂਦੇ ਆ ਨਾਈਟ੍ਰਿਕ ਐਸਿਡ ਦਾ ਦੋਨਾਂ ਨੂੰ ਕੀ ਮਿਕਸ ਕਰਕੇ ਕੀ ਆਪਾਂ एक की मिक्सचर तैयार करते हैं जिन्होंने की कहने एक्वा रीजिया कहने ठीक है। नैक्सट की है रिएक्टिविटी सीरीज़ तुसीं की स्क्रीन के उत्ते की रिएक्टिविटी सीरीज़ देख सकते हो। इस की रिएक्टिविटी सीरीज़ की है इनू की इन दिस रिएक्टिविटी सीरीज़ मैटल्स आर अरेंज्ड इन देयर डिक्रीजिंग रिएक्टिविटी ऑर्डर ठीक है। ये मैटल की एक लिस्ट तैयार की गई है जिहदे मैटल की रिएक्टिविटी की है सीरीज़ दे के डाउन ते जाते कि रिएक्टिविटी सीरीज़ दे के डिक्रीज़ हो रही है रिएक्टिविटी ठीक है। पोटाशियम की रिएक्टिविटी सब तो ज़्यादा है गोल्ड की रिएक्टिविटी की है सब तो घट है ठीक है। रिएक्टिविटी की है डाउन की सीरीज़ जो आप सीरीज़ की डाउन जाने तो रिएक्टिविटी की कर रही है डिक्रीज़ हो रही है ठीक है। नैक्सट आप कुछ क्वेश्चंस करांगे। वाई इज़ द सोडियम कैप्ट इमर्सड इन कैरोसिन ऑयल आप पहले पढ़ चुके हैं सोडियम ਨੂੰ ਆਪਾਂ ਕੀ कैरोसिन ऑयल ਦੇ ਵਿੱਚ ਇਮਰਸ ਕਰਕੇ ਕਿਉਂ ਰੱਖਦੇ ਆ ਕਿਉਂਕਿ सोडियम ਕੀ ਆ ਆਕਸੀਜਨ ਦੇ ਨਾਲ ਇੰਨੀ ਜ਼ਿਆਦਾ ਰਿਐਕਸ਼ਨ ਸ਼ੋ ਕਰਦਾ ਠੀਕ ਹੈ ਕਿ ਉਹ ਕੀ ਈਜ਼ੀਲੀ ਫਾਇਰ ਕੈਚ ਕਰ ਲੈਂਦਾ ਇਸ ਲਈ ਆਪਾਂ ਉਹਨੂੰ ਕੀ कैरोसिन ऑयल ਦੇ ਵਿੱਚ ਕੀ ਇਮਰਸ ਕਰਕੇ ਰੱਖਦੇ ਹਾਂ ਠੀਕ ਹੈ। ਰਾਈਟ ਦ ਇਕੁਏਸ਼ਨ ਫॉर द ਰਿਐਕਸ਼ਨ ਆਫ आयरन विद द स्टीम आप आयरन की क्या स्टीम के नाल रिएक्शन कर चुके हैं ठीक है। फॉर जिमें कि आयरन है इनू कि आप स्टीम के नाल लिया ठीक है। स्टीम की सी गैस ठीक है। इन्हें की शो किया इन्हें की प्रोड्यूस किया Fe2O3 प्लस क्या हाइड्रोजन गैस ठीक है। ਜਦੋਂ ਕਿ ਆਇਰਨ ਨੂੰ ਆਪਾਂ ਸਟੀਮ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਫੈਰਿਕ ਆਕਸਾਈਡ ਦੀ ਕਿ ਹਾਈਡਰੋਜਨ ਗੈਸ ਰਿਲੀਜ਼ ਕਰੇਗਾ ਠੀਕ ਹੈ। ਕੈਲਸ਼ੀਅਮ ਐਂਡ ਪੋਟਾਸ਼ੀਅਮ ਵਿਦ ਦੀ ਵਾਟਰ ਹੁਣ ਆਪਾਂ ਕੀ ਕੈਲਸ਼ੀਅਮ ਤੇ ਕੀ ਪੋਟਾਸ਼ੀਅਮ ਦੀ ਰਿਐਕਸ਼ਨ ਕਰਾਂਗੇ। ਕੈਲਸ਼ੀਅਮ ਨੂੰ ਜਦੋਂ ਆਪਾਂ ਕੀ ਵਾਟਰ ਦੇ ਨਾਲ ਰਿਐਕਟ ਕਰਵਾਇਆ ਸੀ ਉਹਨੇ ਕੀ ਕੀਤਾ ਸੀ ਕੈਲਸ਼ੀਅਮ ਹਾਈਡਰੋਕਸਾਈਡ प्लस क्या हाइड्रोजन गैस ਤੇ ਕੀ ਹੀਟ ਰਿਲੀਜ਼ ਕੀਤੀ ਸੀ ਠੀਕ ਹੈ। ਬਟ ਇਹਦੇ ਵਿੱਚ ਹੀਟ ਜਿਹੜੀ ਰਿਲੀਜ਼ ਹੁੰਦੀ ਹੈ ਉਹ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਉਹ ਹਾਈਡਰੋਜਨ ਗੈਸ ਨੂੰ ਕੀ ਫਾਇਰ ਕੈਚ ਕਰਨ ਦੇ ਲਈ ਹੈਲਪ ਕਰੇ ਠੀਕ ਹੈ। ਇਸ ਲਈ ਜਿਹੜਾ ਕੈਲਸ਼ੀਅਮ ਹੈ ਕਿ ਜਦੋਂ ਵਾਟਰ ਦੇ ਵਿੱਚ ਆਪਾਂ ਰਿਐਕਸ਼ਨ ਕਰਵਾਵਾਂਗੇ ਤਾਂ ਉਹ ਕੀ ਫਲੋਟ ਕਰਨ ਲੱਗ ਜਾਂਦਾ ਕਿਉਂਕਿ ਹਾਈਡਰੋਜਨ ਗੈਸ ਦੇ ਜਿਹੜੇ ਬਬਲਸ ਨੇ ਉਹ ਕਿ ਉਹਦੇ ਸਰਫੇਸ ਦੇ ਉੱਤੇ ਆ ਜਾਂਦੇ ਜਿਹੜੇ ਕਿ ਉਹਨੂੰ ਫਲੋਟ ਕਰਨ ਦੇ ਵਿੱਚ ਹੈਲਪ ਕਰਦੇ ਠੀਕ ਹੈ। ਸੇਮ ਰਿਐਕਸ਼ਨ ਸੀ ਪੋਟਾਸ਼ੀਅਮ ਦੀ ਜਦ ਆਪਾਂ ਕਿ ਵਾਟਰ ਦੇ ਨਾਲ ਰਿਐਕਟ ਕਰਵਾਵਾਂਗੇ तो पोटाशियम हाइड्रोक्साइड प्रोड्यूस होंगे ठीक है हाइड्रोजन गैस रिलीज होती है तो हीट एनर्जी सेम कंसैप्ट है ठीक है। नैक्सट क्वेश्चन की है मैटल ਆਪਾਂ ਕੀ ਕੁਝ ਮੈਟਲ ਦੇ ਸੈਂਪਲਸ ਨੇ ABCD ਟੈਸਟ ਟਿਊਬ ਦੇ ਵਿੱਚ ਕੀ ਹੈ ਮੈਟਲਸ ਦੇ ਸੈਂਪਲ ਨੇ ਜਦੋਂ ਆਪਾਂ ਕੀ ਇਹਨੂੰ ਫੋਲੋਇੰਗ ਸੋਲਿਊਸ਼ਨ ਦੇ ਵਿੱਚ ਕੀ ਹੈ ਡਿਜ਼ੋਲਵ ਕਰਾਂਗੇ ਤੇ ਆਪਾਂ ਨੂੰ ਰਿਐਕਸ਼ਨ ਸ਼ੋ ਕਰਨਗੇ। ਜਿਵੇਂ A ਸੈਂਪਲ ਹੈ ਜਦੋਂ ਆਪਾਂ ਆਇਰਨ ਸਲਫੇਟ ਦੇ ਵਿੱਚ ਪਾਇਆ ਤੇ ਉਹਨੇ ਆਪਾਂ ਨੂੰ ਕੀ ਹੈ ਕੋਈ ਰਿਐਕਸ਼ਨ ਨਹੀਂ ਦਿੱਤੀ ਬਟ ਜਦੋਂ ਆਪਾਂ ਉੱਪਰ ਨੂੰ ਕੀ ਹੈ ਕਾਪਰ ਸਲਫੇਟ ਦੇ ਵਿੱਚ ਡਿਜ਼ੋਲਵ ਕੀਤਾ ਤਾਂ ਉਹਨੇ ਕੀ ਹੈ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕੀਤੀ ਠੀਕ ਹੈ। ਸੇਮ ਜਦੋਂ B ਸੈਂਪਲ ਨੂੰ ਆਪਾਂ ਕੀ ਆਇਰਨ ਸਲਫੇਟ ਦੇ ਵਿੱਚ ਪਾਵਾਂਗੇ ਉਹਨੇ ਆਪਾਂ ਨੂੰ ਕੀ ਹੈ ਡਿਸਪਲੇਸਮੈਂਟ ਰਿਐਕਸ਼ਨ ਸ਼ੋ की ठीक है। फिर जिंक सल्फेट ਦੇ ਵਿੱਚ ਪਾਇਆ ਉਹਨੇ ਕੋਈ ਰਿਐਕਸ਼ਨ ਸ਼ੋ ਨਹੀਂ ਕੀਤੀ। ਇਹ ਸੈਂਪਲਸ ਨੇ ਜਦੋਂ ਆਪਾਂ ਇਹਨੂੰ ਫੋਲੋਇੰਗ ਸੋਲਿਊਸ਼ਨਸ ਦੇ ਨਾਲ ਰਿਐਕਟ ਕਰਵਾਵਾਂਗੇ ਤੇ ਆਪਾਂ ਨੂੰ ਕੁਝ ਕੀ ਰਿਐਕਸ਼ਨਸ ਦੇਣਗੇ ਉਸ ਤੋਂ ਆਪਾਂ ਕੀ ਹੈ ਇਹ ਕੁਐਸਚਨਸ ਦਾ ਪਤਾ ਲਗਾਉਣਾ ਹੈ ਠੀਕ ਹੈ। ਵਿਚ ਇਜ਼ ਦੀ ਮੋਰ ਰਿਐਕਟਿਵ ਮੈਟਲ ਕਿਹੜਾ ਜ਼ਿਆਦਾ ਰਿਐਕਟਿਵ ਮੈਟਲ ਹੈ ਇਹਨਾਂ ਕੀ ਹੈ ਸੋਲਿਊਸ਼ਨਸ ਤੋਂ ਪਤਾ ਕਰਨਾ ਠੀਕ ਹੈ। ਵੈਸੇ ਤਾਂ ਆਪਾਂ ਨੂੰ ਪਤਾ ਰਿਐਕਟਿਵਿਟੀ ਸੀਰੀਜ਼ ਦੇ ਵਿੱਚ ਆਪਾਂ ਪੜ੍ਹਿਆ ਆਇਰਨ ਇਜ਼ ਦੀ ਮੋਸਟ ਰਿਐਕਟਿਵ ਮੈਟਲ ਦੈਨ ਕਾਪਰ ਜ਼ਿੰਕ ਤੇ ਸਿਲਵਰ ਠੀਕ ਹੈ। ਤੁਸੀਂ ਉੱਪਰੋਂ ਰਿਐਕਟਿਵਿਟੀ ਸੀਰੀਜ਼ ਦੇਖੋ ਆਇਰਨ ਕੀ ਹੈ ਜ਼ਿਆਦਾ ਰਿਐਕਟਿਵ ਹੈ ਬਟ ਜਦੋਂ ਆਪਾਂ ਕੀ ਹੈ B ਸੋਲਿਊਸ਼ਨ ਨੂੰ ਕੀ ਆਇਰਨ ਸਲਫੇਟ ਦੇ ਵਿੱਚ ਪਾਇਆ ਠੀਕ ਹੈ। B ਸੈਂਪਲ ਨੂੰ ਆਇਰਨ ਸਲਫੇਟ ਦੇ ਵਿੱਚ ਪਾਇਆ ਉਹਨੇ ਕੀ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕੀਤੀ ਠੀਕ ਹੈ। ਇਟ ਮੀਨਸ ਕੀ ਹੈ B ਇਜ਼ ਮੋਰ ਰਿਐਕਟਿਵ ਦੈਨ ਆਇਰਨ ਸਲਫੇਟ ਜਿਹਨੇ ਉਹਨੂੰ ਕੀ ਡਿਸਪਲੇਸ ਕਰਤਾ ਠੀਕ ਹੈ। ਇਟ ਮੀਨਸ ਕੀ ਹੈ B ਇਜ਼ ਮੋਰ ਰਿਐਕਟਿਵ ठीक है।
ਨੈਕਸਟ ਕੀ ਹੈ, ਵਟ ਵੁੱਡ ਯੂ ਅਬਜ਼ਰਵ ਇਫ ਬੀ ਇਜ਼ ਐਡਡ ਟੂ ਅ ਸੋਲਿਊਸ਼ਨ ਆਫ ਕਾਪਰ ਸਲਫੇਟ। ਜੇ ਬੀ ਨੂੰ ਆਪਾਂ ਕੀ ਕਾਪਰ ਸਲਫੇਟ ਸੋਲਿਊਸ਼ਨ ਦੇ ਵਿੱਚ ਆਪਾਂ ਪਾਵਾਂਗੇ ਤਾਂ ਉਹ ਕੀ ਸ਼ੋ ਕਰੂਗਾ। ਠੀਕ ਹੈ, ਹੁਣ ਆਪਾਂ ਨੂੰ ਪਤਾ ਬੀ ਕੀ ਹੈ ਜ਼ਿਆਦਾ ਰਿਐਕਟਿਵ ਮੈਟਲ ਹੈ। ਹੁਣ ਆਪਾਂ ਕੀ ਉੱਪਰ ਪੜ੍ਹਿਆ, ਠੀਕ ਹੈ, ਉੱਪਰ ਆਪਾਂ ਕਰਕੇ ਆਏ ਹਾਂ ਬੀ ਇਜ਼ ਮੋਰ ਰਿਐਕਟਿਵ। ਠੀਕ ਹੈ, ਜਦੋਂ ਆਪਾਂ ਬੀ ਕੀ ਕਾਪਰ ਸਲਫੇਟ ਦੇ ਨਾਲ ਰਿਐਕਟ ਕਰਵਾਵਾਂਗੇ, ਬੀ ਕੀ ਆਇਰਨ ਸਲਫੇਟ ਨਾਲੋਂ ਵੀ ਜ਼ਿਆਦਾ ਰਿਐਕਟਿਵ ਹੈ, ਤੇ ਇਟ ਮੀਨਸ ਕਾਪਰ ਸਲਫੇਟ ਨਾਲੋਂ ਵੀ ਜ਼ਿਆਦਾ ਰਿਐਕਟਿਵ ਹੋਊਗਾ। ਤੇ ਕੀ ਕਰੂਗਾ, ਜਿਹੜਾ ਬੀ ਹੋਊਗਾ ਕਾਪਰ ਸਲਫੇਟ ਨੂੰ ਕੀ ਡਿਸਪਲੇਸ ਕਰ ਦੂਗਾ। ਠੀਕ ਹੈ, ਉਹਦੇ ਕੀ ਸਲਫੇਟ ਸੋਲਿਊਸ਼ਨ ਦੇ ਵਿੱਚੋਂ। ਠੀਕ ਹੈ, ਇੱਥੇ ਵੀ ਆਪਾਂ ਕੀ ਸ਼ੋ ਕੀਤਾ, ਬੀ ਇਜ਼ ਮੋਰ ਰਿਐਕਟਿਵ ਦੈਨ ਕਾਪਰ। ਤੇ ਬੀ ਕੀ ਕਰ ਦੂਗਾ, ਜਿਹੜਾ ਕਿ ਕਾਪਰ ਨੂੰ ਕੀ ਡਿਸਪਲੇਸ ਕਰਕੇ ਕੀ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕਰੂਗਾ, ਤੇ ਇਹ ਕੀ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕਰੂਗਾ। ਠੀਕ ਹੈ, नेक्स्ट की अरेंज द मेटल्स ए बी सी एंड डी इन ऑर्डर ऑफ डिक्रीजिंग रिएक्टिविटी। ओके, डिक्रीजिंग रिएक्टिविटीज़ ਦੇ ਵਿੱਚ ਕੀ ਆਪਾਂ ਆਰਡਰ ਸ਼ੋ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਬੀ ਸਭ ਤੋਂ ਜ਼ਿਆਦਾ ਰਿਐਕਟਿਵ ਮੈਟਲ ਹੈ। ਠੀਕ ਹੈ, ਨੈਕਸਟ ਕੀ ਹੈ, ਏ ਹੈ ਨਾ। ਏ ਨੇ ਕੀ ਕੀਤਾ, ਏ ਨੂੰ ਜਦੋਂ ਆਪਾਂ ਕੀ ਕਾਪਰ ਸਲਫੇਟ ਦੇ ਵਿੱਚ ਪਾਇਆ ਤਾਂ ਉਹਨੇ ਆਪਾਂ ਨੂੰ ਕੀ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕੀਤੀ। फिर सी ने भी अपन डिसप्लेसमेंट रिएक्शन शो की, तो डी ने भी डिसप्लेसमेंट रिएक्शन शो की। डी ने अपन की कोई डिसप्लेसमेंट रिएक्शन शो नहीं की, तो इट मीनस कि बी की है सब तो की है लीस्ट रिएक्टिव है। ठीक है, रह के गए ए ते की है सी। देखो ए है, ठीक है, ए हुण आपां पढ़िया ए की है बी की है ज़्यादा रिएक्टिव है ए तो। ठीक है, ए ਨੂੰ ਜਦੋਂ ਆਪਾਂ ਕੀ ਬੀ ਨੂੰ ਏ ਸੈਂਪਲ ਨੂੰ ਜਦੋਂ ਆਪਾਂ ਕੀ ਬੀ ਕਾਪਰ ਸਲਫੇਟ ਦੇ ਵਿੱਚ ਪਾਇਆ ਤਾਂ ਉਹਨੇ ਆਪਾਂ ਨੂੰ ਕੀ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕੀਤੀ। ਬਟ ਜਦੋਂ ਸੀ ਨੂੰ ਆਪਾਂ ਕਾਪਰ ਸਲਫੇਟ ਦੇ ਵਿੱਚ ਪਾਇਆ ਉਹਨੇ ਆਪਾਂ ਨੂੰ ਕੋਈ ਰਿਐਕਸ਼ਨ ਸ਼ੋ ਨਹੀਂ ਕੀਤੀ, ਉਹਨੇ ਕੀ ਸਿਲਵਰ ਦੇ ਨਾਲ ਕੀਤੀ ਹੈ। ਠੀਕ ਹੈ, तो इट मीनस कि ए की है ज़्यादा रिएक्टिव है दैन की है सी नालों। ठीक है, ए की ਉਹਦੀ रिएक्टिविटी सीरीज़ है। जो तुम रिएक्टिविटी सीरीज़ ਦੇ ਵਿੱਚ देखोगे तो कॉपर सल्फेट की है ज़्यादा रिएक्टिव है सिल्वर नालों। ठीक है, ਤਾਂ करके ए की रिएक्टिविटी की है ज़्यादा दैन सी की। ठीक, दैन सी नालों। ठीक है, ए का की है रिएक्टिविटी ऑर्डर है। ठीक है, बी सब तो ज़्यादा रिएक्टिव है क्योंकि उन्हें कि आयरन सल्फेट में डिसप्लेस करता। ठीक है, डी के सब तो लीस्ट रिएक्टिव है क्योंकि उन्होंने आप सारी सैंपल्स के पाया, उन्हें आपको कोई डिसप्लेसमेंट रिएक्शन नहीं की। ठीक है, सिर्फ की रह गया सी ए ते सी, ए ते सी है। ठीक है, ए की है ਜਦੋਂ ਆਪਾਂ ए सैंपल ਨੂੰ ਕਾਪਰ ਸਲਫੇਟ ਦੇ ਵਿੱਚ ਪਾਵਾਂਗੇ ਤੇ ਉਹ ਆਪਾਂ ਨੂੰ ਕੀ ਰਿਐਕਸ਼ਨ ਦੇਊਗਾ। ਠੀਕ ਹੈ, ਡਿਸਪਲੇਸਮੈਂਟ ਰਿਐਕਸ਼ਨ। ਤੇ ਜਦ ਆਪਾਂ ਸੀ ਨੂੰ ਆਪਾਂ ਕਾਪਰ ਸਲਫੇਟ ਦੇ ਵਿੱਚ ਪਾਇਆ ਉਹਨੇ ਆਪਾਂ ਨੂੰ ਕੋਈ ਰਿਐਕਸ਼ਨ ਨਹੀਂ, ਬਟ ਕੀ ਜਦੋਂ ਸਿਲਵਰ ਨਾਈਟ੍ਰੇਟ ਦੇ ਵਿੱਚ ਪਾਇਆ ਉਦੋਂ ਉਹਨੇ ਆਪਾਂ ਨੂੰ ਕੀ ਡਿਸਪਲੇਸਮੈਂਟ ਰਿਐਕਸ਼ਨ ਸ਼ੋ ਕੀਤੀ। ਰਿਐਕਟਿਵਿਟੀ ਸੀਰੀਜ਼ ਦੇ ਵਿੱਚ ਦੇਖਿਓ ਕਾਪਰ ਹੈ ਜਿਹੜਾ ਜ਼ਿਆਦਾ ਰਿਐਕਟਿਵ ਹੈ ਦੈਨ ਸਿਲਵਰ ਨਾਲੋਂ, ਇਸ ਲਈ ਕੀ ਹੈ ਏ ਕੀ ਹੈ ਮੋਰ ਰਿਐਕਟਿਵ ਹੋਊਗਾ ਦੈਨ ਕੀ ਸੀ ਨਾਲੋਂ। ਠੀਕ ਹੈ, next कि which gas is produced when the dilute HCl is added to the reactive metal। ठीक है, write the chemical reaction when the iron reacts with the dilute sulfuric acid। ਇਹ ਕਹਿੰਦੇ ਕਿ ਕਿਹੜੀ ਗੈਸ ਪ੍ਰੋਡਿਊਸ ਹੁੰਦੀ ਹੈ ਜਦੋਂ ਆਪਾਂ ਡਾਇਲੂਟ HCl ਨੂੰ ਕੋਈ ਰਿਐਕਟਿਵ ਮੈਟਲ ਦੇ ਨਾਲ ਰਿਐਕਟ ਕਰਵਾਉਣੀ ਹੈ। ਠੀਕ ਹੈ, ਉਦੋਂ ਕੀ ਆਪਾਂ ਦੇਖਿਆ ਜਦੋਂ ਵੀ ਮੈਟਲ ਕੀ ਹੈ ਐਸਿਡ ਦੇ ਨਾਲ ਰਿਐਕਟ ਕਰਦੀ ਆ ਤੇ ਆਪਾਂ ਨੂੰ ਕੀ ਹੈ हाइड्रोजन गैस मिलती है। ठीक है, सॉल्ट प्लस के हाइड्रोजन गैस रिलीज़ होती है। ठीक है, किहड़ी गैस प्रोड्यूस होती है हाइड्रोजन गैस। हुण आपां की कैमिकल रिएक्शन शो करनी है आयरन की है डिल्यूट सल्फ्यूरिक एसिड के नाल। आयरन नूं की है सल्फ्यूरिक एसिड के नाल जब रिएक्शन करांगे तो आपां नूं की दूगा फेरस सल्फेट दूगा तो क्या हाइड्रोजन गैस की रिलीज़ हो जाएगी। ठीक है, नैक्सट क्या वट वुड यू ऑब्जर्व वैन द जिंक एडेड टू अ सोल्यूशन ऑफ आयरन सल्फेट। राइट द कैमिकल इक्वेशन। जो जिंक नूं आपां की है सल्फेट सोल्यूशन दे विच पाया तो आपां नूं की मिलूगा जिंक सल्फेट प्लस की है आयरन। रिएक्टिविटी सीरीज़ दे विच देखियो जिंक की है ज़्यादा रिएक्टिव है दैन जिंक इज़ मोर रिएक्टिव दैन आयरन, इसलिए जिंक की है आयरन के डिसप्लेस कर दूगा वो सल्फेट सोल्यूशन दे विच तो कि आयरन की अलग कर दूगा। कि डिसप्लेसमेंट रिएक्शन शो करता है। ठीक है।